ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਬਿਜਲੀ ਸਮਝੌਤੇ। ਆਖਿਰ ਕੌਣ ਬਚਾ ਗਿਆ ਪੰਜਾਬ ਨੂੰ? ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਚੁੱਪੀ ਤੋਂ ਬਾਅਦ ਜਿਹੜੀ ਹੈ ਹੁਣ ਗੱਲ ਕਹੀ ਹੈ ਵੀ ਉਹ ਬਿਜਲੀ ਸਮਝੌਤਿਆਂ ਦਾ ਜਿਹੜਾ ਰਿਵਿਊ ਕਰਨ ਲਈ ਤਿਆਰੀ ਕਰ ਰਹੇ ਨੇ। ਉਹਨਾਂ ਨੇ ਕਿਹਾ ਵੀ ਕਿ ਅਸੀਂ ਇਸ ਰਿਵਿਊ ਲਈ ਜਿਹੜਾ ਹੈਗਾ ਕਾਨੂੰਨੀ ਪ੍ਰਕਿਰਿਆ ਤਿਆਰ ਕਰ ਰਹੇ ਹਾਂ। ਮੁੱਖ ਮੰਤਰੀ ਨੇ ਲਗਭਗ 4.25 ਸਾਲਾਂ ਬਾਅਦ ਆਪਣੀ ਚੁੱਪੀ ਜਿਹੜੀ ਹੈ ਤੋੜੀ ਹੈ। ਤੁਹਾਨੂੰ ਲੱਗਦਾ ਹੈ ਵੀ ਕਿ ਜਿਹੜੀ ਉਹਨਾਂ ਨੇ ਚੁੱਪੀ ਤੋੜ ਕੇ ਗੱਲ ਕਹੀ ਹੈ ਇਹਦੇ ਕੋਈ ਸਹੀ ਨਤੀਜੇ ਸਾਹਮਣੇ ਆ ਸਕਣਗੇ? ਦੇਖੋ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਪੰਜਾਬ ਸਰਕਾਰ ਨੇ ਕਰੀਬ 4.25 ਸਾਲ ਬਾਅਦ ਜਿਹੜਾ ਮੌਨ ਧਾਰਿਆ ਹੋਇਆ ਸੀ ਬਿਜਲੀ ਖਰੀਦ ਸਮਝੌਤਿਆਂ ਨੂੰ ਲੈ ਕੇ, ਉਸ ਨੂੰ ਤੋੜਿਆ ਹੈਗਾ ਜੀ। ਲੋਕ ਤਾਂ ਉਮੀਦ ਕਰਦੇ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਜਦੋਂ ਰਾਜ ਭਾਗ ਸੰਭਾਲਿਆ 2017 'ਚ ਕਿ ਉਹ ਪਹਿਲੀ ਕੈਬਨਿਟ ਦੇ ਵਿੱਚ, ਜਿੱਥੇ ਹੋਰ ਬਹੁਤ ਸਾਰੇ ਫੈਸਲੇ ਜਿਹੜੇ ਚੋਣਾਂ ਦੇ ਵਿੱਚ ਵਾਅਦੇ ਕੀਤੇ ਹੋਏ ਸੀ ਉਹਨਾਂ ਨੂੰ ਲੈ ਕੇ ਕੀਤੇ ਸੀ ਕੈਬਨਿਟ ਨੇ, ਤਾਂ ਲੋਕਾਂ ਨੂੰ ਲੱਗਦਾ ਸੀ ਕਿ ਮੁੱਖ ਮੰਤਰੀ ਸਾਹਿਬ ਪਹਿਲੀ ਮੀਟਿੰਗ ਦੇ ਵਿੱਚ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਹੈ ਉਹਨਾਂ ਨੂੰ ਵੀ ਲੈ ਕੇ ਆਉਣਗੇ। ਪਰ ਅਫਸੋਸ ਕਿ ਉਹ ਪਹਿਲੀ ਮੀਟਿੰਗ ਤੱਕ ਹੀ ਆਉਣੇ ਸੀ। 4.25 ਸਾਲ ਜਿਹੜੇ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਸ ਮਸਲੇ ਨੂੰ ਲਾਂਭੇ ਕਰਕੇ ਰੱਖਿਆ, ਉਸ 'ਤੇ ਧਿਆਨ ਨਹੀਂ ਦਿੱਤਾ ਗਿਆ। ਦੇਖੋ, ਸਰਕਾਰ ਨੇ ਜਦੋਂ ਹੋਂਦ 'ਚ ਆਈ ਹੈ ਉਸ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਚੋਣ ਪ੍ਰਚਾਰ ਦੇ ਵਿੱਚ ਇਹ ਗੱਲ ਨੂੰ ਬੜਾ ਗੱਜ-ਵੱਜ ਕੇ ਕਿਹਾ ਸੀਗਾ ਔਰ ਲੋਕਾਂ ਨਾਲ ਇਹ ਚੋਣ ਮਨੋਰਥ ਪੱਤਰ ਦੇ ਵਿੱਚ ਦਰਜ ਕੀਤਾ ਸੀ ਕਿ ਜਿੰਨੇ ਵੀ ਗੱਠਜੋੜ ਸਰਕਾਰ ਸਮੇਂ ਪਾਵਰ ਪਰਚੇਜ਼ ਐਗਰੀਮੈਂਟ ਹੋਏ ਹੈ, ਜਿਨ੍ਹਾਂ ਦੀ ਬਦੌਲਤ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਮਿਲ ਰਹੀ ਹੈ, ਕਿ ਉਹਨਾਂ ਨੂੰ ਰੱਦ ਕੀਤਾ ਜਾਏਗਾ। ਤਾਂ ਇਹ ਸਾਡੇ ਮੁੱਖ ਮੰਤਰੀ ਦਾ ਇੱਕ ਅਖਲਾਕੀ ਫਰਜ਼ ਵੀ ਬਣਦਾ ਸੀ ਕਿ ਲੋਕਾਂ ਨਾਲ ਕੀਤਾ ਹੋਇਆ ਜਿਹੜਾ ਪ੍ਰੋਮਿਸ ਹੈ ਉਸ ਨੂੰ ਪੂਰਾ ਕੀਤਾ ਜਾਂਦਾ, ਕਿਉਂਕਿ ਲੋਕਾਂ ਨੇ ਇੱਕ ਭਰੋਸੇ ਕਰਕੇ ਮੁੱਖ ਮੰਤਰੀ 'ਤੇ ਉਹਨਾਂ ਨੂੰ ਵੋਟ ਕਾਸਟ ਕੀਤਾ ਸੀ ਆਪਣਾ। ਤਾਂ ਚਲੋ, ਸਰਕਾਰ ਨੇ ਉਸ 'ਤੇ ਕੋਈ ਗੌਰ ਨਹੀਂ ਕੀਤੀ। ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਹੁਣ ਕੱਲ੍ਹ ਜਿਹੜੀ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹ ਪਾਵਰ ਪਰਚੇਜ਼ ਐਗਰੀਮੈਂਟ ਦੀ ਜਿਹੜੀ ਸਮੀਖਿਆ ਕਰਨਗੇ ਔਰ ਇਹਦੇ ਲਈ ਜਿਹੜਾ ਕਾਨੂੰਨੀ ਰਾਹ ਹੈ ਉਹ ਅਖਤਿਆਰ ਕੀਤਾ ਜਾਏਗਾ। ਦੇਰ ਆਏ ਦਰੁਸਤ ਆਏ। ਤਾਂ ਸਵਾਲ ਹੁਣ ਇੱਥੇ ਇਹ ਉੱਠਦਾ ਹੈਗਾ ਆਤਿਸ਼ ਕਿ ਜੇ 4.25 ਸਾਲ ਬਾਅਦ ਅਸੀਂ ਇਹ ਫੈਸਲਾ ਲੈ ਰਹੇ ਹਾਂ ਕਿ ਤੇ ਅਸੀਂ ਕੋਈ ਕਾਨੂੰਨੀ ਚਾਰਾਜੋਈ ਕਰਾਂਗੇ, ਤਾਂ ਇਹਦਾ ਮਤਲਬ ਹੈ ਕਿ ਇਹ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਹੈ ਇਹਦੇ ਲਈ ਇੰਨਾ ਕੁ ਤਾਂ ਇਹ ਲੱਗਦਾ ਸੀ ਸਾਨੂੰ ਕਿ ਇਸ ਦੇ ਗੌਰ ਕਰਨ ਦੇ ਕਾਬਿਲ ਨਹੀਂ। ਤਾਂ ਪਹਿਲੇ ਦਿਨ ਤੋਂ ਵੀ ਇਹ ਹੋ ਸਕਦਾ ਸੀ ਕਾਨੂੰਨੀ ਚਾਰਾਜੋਈ ਵਾਲਾ ਸਟੈਪ ਹੈ, ਜਾਂ ਜਿਸ ਤਰ੍ਹਾਂ ਨਵਜੋਤ ਸਿੱਧੂ ਆਖਦਾ ਹੈਗਾ ਕਿ ਇਹ 'ਤੇ ਨਵਾਂ ਕੋਈ ਕਾਨੂੰਨ ਲਿਆਂਦਾ ਜਾ ਸਕਦਾ ਸੀ। ਕਹਿਣ ਦਾ ਮਤਲਬ ਇਹ ਕਿ ਜਿਹੜਾ ਸਟੈਪ ਅਸੀਂ 4.25 ਸਾਲ ਬਾਅਦ ਲੈ ਰਹੇ ਹਾਂ ਕਿ ਉਹਨਾਂ ਨੂੰ ਯੋਗ ਮੰਨ ਕੇ ਲੈ ਰਹੇ ਹਾਂ, ਤਾਂ ਇਹ 4.25 ਸਾਲ ਪਹਿਲਾਂ ਵੀ ਲਿਆ ਜਾ ਸਕਦਾ ਸੀਗਾ। ਜੇ ਕੱਲ੍ਹ ਨੂੰ ਇਹ ਸਮਝੌਤੇ ਰੱਦ ਹੋ ਜਾਂਦੇ ਨੇ, ਅਗਰ ਸਰਕਾਰ ਦੀ ਨੀਅਤ ਠੀਕ ਰਹਿੰਦੀ ਹੈ, ਤਾਂ ਫਿਰ 4.25 ਸਾਲ ਲੋਕਾਂ ਨੇ ਜਿਹੜੇ ਬਿਜਲੀ ਦੇ ਬਿੱਲ ਵਾਧੂ ਭਰੇ ਨੇ, ਮਹਿੰਗੀ ਬਿਜਲੀ ਪਰਚੇਜ਼ ਕੀਤੀ ਹੈ, ਮਹਿੰਗੀ ਯੂਨਿਟਾਂ ਦੇ ਬਿੱਲ ਤਾਰੇ ਨੇ, ਤਾਂ ਉਹਨਾਂ ਲਈ ਕੌਣ ਜ਼ਿੰਮੇਵਾਰ ਹੋਏਗਾ? ਕੀ ਉਹਨਾਂ ਦੇ ਵਾਪਸ ਹੋਣਗੇ? ਇਹ ਸਰਕਾਰ ਦੀ ਇੱਕ ਨਲਾਇਕੀ ਵੀ ਕਹਾਂਗੇ। ਇਹ ਨਹੀਂ ਕਿ ਸੌਖਾ ਹੀ ਮੁੱਖ ਮੰਤਰੀ ਦਾ ਇਹ ਬਿਆਨ ਸਾਡੇ ਸਾਹਮਣੇ ਆ ਗਿਆ ਕਿ ਪਾਵਰ ਪਰਚੇਜ਼ ਐਗਰੀਮੈਂਟ ਅਸੀਂ ਉਹਨੂੰ ਰੱਦ ਕਰਨ ਦੇ ਰਾਹ ਪਏ ਹਾਂ ਜਾਂ ਉਹਦੀ ਸਮੀਖਿਆ ਕਰਨ ਦੇ ਅਸੀਂ ਰਾਹ ਪਏ ਹਾਂ। ਇਹਦੇ ਲਈ ਇੱਕ ਪ੍ਰੈਸ਼ਰ ਬਿਲਡ ਹੋ ਗਿਆ। ਹੋਇਆ ਕਿ ਪਿਛਲੇ ਦਿਨਾਂ 'ਚ ਇਤਫਾਕਨ ਕਿ ਜਿਹੜੇ ਬਿਜਲੀ ਕੱਟ ਹੈ, ਜਿਹੜੇ ਪਾਵਰ ਕੱਟ ਲੱਗਣੇ ਸ਼ੁਰੂ ਹੋ ਗਏ। ਪੰਜਾਬ ਦੇ ਲੋਕ ਔਰ ਕਿਸਾਨ ਹੈ ਜਿਹੜੇ ਉਹ ਬਿਜਲੀ ਕੱਟਾਂ ਤੋਂ ਪਰੇਸ਼ਾਨ ਹੋ ਕੇ ਸੜਕਾਂ 'ਤੇ ਆ ਗਏ। ਪੂਰੇ ਪੰਜਾਬ 'ਚ ਪ੍ਰੋਟੈਸਟ ਹੋਣੇ ਸ਼ੁਰੂ ਹੋ ਗਏ। ਵਿਰੋਧੀ ਧਿਰਾਂ ਨੇ ਇਸ ਨੂੰ ਇੱਕ ਪੋਲੀਟੀਕਲ ਏਜੰਡੇ ਦੇ ਤੌਰ 'ਤੇ ਲੈ ਲਿਆ। ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਮਜਬੂਰੀ ਬਣ ਗਈ, ਇੱਕ ਮਾਹੌਲ ਬਣ ਗਿਆ, ਕ੍ਰੀਏਟ ਹੋ ਗਿਆ। ਉੱਧਰੋਂ ਸਾਡੇ ਜਿਹੜਾ ਕਾਂਗਰਸ ਦੀ ਹਾਈ ਕਮਾਨ ਹੈ ਉਹਨਾਂ ਨੇ ਜਿਹੜੇ 18 ਨੁਕਾਤੀ ਪ੍ਰੋਗਰਾਮ ਦਿੱਤਾ ਹੈ ਏਜੰਡਾ, ਉਹਦੇ ਵਿੱਚ ਵੀ ਪਾਵਰ ਪਰਚੇਜ਼ ਐਗਰੀਮੈਂਟ ਹੈ। ਔਰ ਕਾਂਗਰਸ ਦੇ ਜਿਹੜੇ ਬਾਗੀ ਨੇਤਾ ਹੈ ਉਹਨਾਂ ਨੇ ਵੀ ਇੱਕ ਮਾਹੌਲ ਉਦੋਂ ਪਹਿਲਾਂ ਪਿੱਚ ਹੈ ਜਿਹੜੀ ਤਿਆਰ ਕਰਤੀ ਸੀਗੀ। ਅਤੇ ਉੱਪਰੋਂ ਜਿਹੜੇ ਚੌਕੇ ਛਿੱਕੇ ਲਾਉਣੇ ਸ਼ੁਰੂ ਕਰਤੇ ਆਪਣੇ ਨਵਜੋਤ ਸਿੱਧੂ ਹੋਰਾਂ ਨੇ। ਇਹ ਇੱਕ ਪੂਰਾ ਮਾਹੌਲ ਬਣਿਆ ਔਰ ਖਾਸ ਮਾਹੌਲ ਬਣਿਆ ਜਿਹੜੇ ਪਾਵਰ ਕੱਟ ਲੱਗ ਗਏ, ਜਿਹੜੇ ਲੋਕ ਸੜਕਾਂ 'ਤੇ ਹੈਗੇ। ਲੋਕਾਂ ਦਾ ਇੱਕ ਪ੍ਰੈਸ਼ਰ ਬਣ ਗਿਆ। ਇਲੈਕਸ਼ਨ ਈਅਰ ਹੈ, ਇਸ ਕਰਕੇ ਸਰਕਾਰ ਨੂੰ ਇਹ ਬਿਆਨ ਜਿਹੜਾ ਦੇਣਾ ਪਿਆ ਹੈਗਾ। ਪਹਿਲਾਂ ਨਹੀਂ ਇਹ ਦਿੱਤਾ ਗਿਆ। ਤੁਹਾਡੇ ਚੇਤੇ ਹੋਏਗਾ ਕਿ ਜਦੋਂ 2000 ਸ਼ਾਇਦ 2 ਵਾਰੀ ਪਹਿਲਾਂ ਦੀ ਗੱਲ ਹੈਗੀ ਹੈ, ਮਾਰਚ ਦੀ 2019 ਦੀ, ਕਿ ਮੁੱਖ ਮੰਤਰੀ ਨੂੰ ਜਦੋਂ ਵਿਧਾਨ ਸਭਾ ਦੇ ਵਿੱਚ ਇਸ ਮਾਮਲੇ 'ਤੇ ਘੇਰਿਆ ਗਿਆ ਸੀ, ਤਾਂ ਉਦੋਂ ਵੀ ਉਹਨਾਂ ਨੂੰ ਮਜਬੂਰੀ 'ਚ ਐਲਾਨ ਕਰਨਾ ਪਿਆ ਸੀ
ਕਿ ਅਸੀਂ ਪਾਵਰ ਪਰਚੇਜ਼ ਐਗਰੀਮੈਂਟ ਤੇ ਜਾਂ ਇਹਦੀ ਕਾਰਗੁਜ਼ਾਰੀ ਜਿਹੜੀ ਪਾਵਰਕੌਮ ਦੀ, ਉੱਥੇ ਅਸੀਂ ਜਿਹੜੇ ਵਾਈਟ ਆਪਣਾ ਲੈ ਕੇ ਆਵਾਂਗੇ, ਸਫੈਦ ਵਾਈਟ ਪੇਪਰ ਲੈ ਕੇ ਆਵਾਂਗੇ। ਪਰ ਉਹ ਅਜੇ ਤੱਕ 2 ਸਾਲ ਹੋ ਗਏ ਨੇ, ਵਾਈਟ ਪੇਪਰ ਇਸ ਮਾਮਲੇ ਤੇ ਅਜੇ ਤੱਕ ਲਿਆਂਦਾ ਨਹੀਂ ਸਰਕਾਰ ਨੇ। ਤਾਂ ਇੱਕ ਮੈਨੂੰ ਇਹ ਲੱਗਦਾ ਕਿ ਇਕੱਲਾ ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਹੈ ਸੁਨੀਲ ਜਾਖੜ ਹੈ, ਉਹ ਡੇ 1 ਤੋਂ ਇਸ ਮਸਲੇ ਤੇ ਬੋਲਦੇ ਆ ਰਹੇ ਨੇ, ਪਾਵਰ ਪਰਚੇਜ਼ ਐਗਰੀਮੈਂਟਾਂ ਤੇ। ਹੋਰ ਸਰਕਾਰ ਦੇ ਅੰਦਰੋਂ ਕਿਤੋਂ ਵੀ ਕੋਈ ਆਵਾਜ਼ ਹੈ ਜਿਹੜੀ ਉਹ ਨਹੀਂ ਉੱਠਦੀ ਰਹੀ ਹੈ। ਮੈਨੂੰ ਯਾਦ ਹੈ ਕਿ ਜਿਸ ਟਾਈਮ ਮੈਂ ਬਠਿੰਡਾ ਸੀ ਤੇ ਬਹੁਤ ਵਾਰੀ ਜਿਹੜੇ ਸੁਨੀਲ ਜਾਖੜ ਜੀ ਹੈ, ਉਹ ਤਲਵੰਡੀ ਸਾਬੋ ਪਾਵਰ ਪਲਾਂਟ ਤੇ ਜਿੱਥੇ ਲੱਗਿਆ ਬਣਾ ਵਾਲੀ, ਉਸ ਪਿੰਡ 'ਚ ਜਾ ਕੇ ਆਏ ਸੀ। ਲੋਕਾਂ ਨੂੰ ਜਿਹੜੇ ਉਹਦੇ ਪੋਲੂਸ਼ਨ ਤੋਂ ਦਿੱਕਤਾਂ ਆ ਰਹੀਆਂ ਸੀ ਉਹਨਾਂ ਦੀ ਸੁਣਵਾਈ ਕੀਤੀ ਸੀ। ਉਸ ਤੋਂ ਬਾਅਦ ਕਹਿੰਦੇ ਸੀ ਕਿ ਅਸੀਂ ਮੁੱਖ ਮੰਤਰੀ ਨੂੰ ਮਿਲਾਂਗੇ ਔਰ ਇਹ ਮੁੱਦਾ ਉਠਾ ਕੇ ਇਹਨਾਂ ਨੂੰ ਰਿਵਿਊ ਕਰਾਵਾਂਗੇ। ਪਰ ਅਫਸੋਸ ਕਿ ਰੱਦ ਹੋਣਾ ਤਾਂ ਦੂਰ ਦੀ ਗੱਲ ਕਿ ਚੀਫ ਮਿਨਿਸਟਰ ਤੋਂ ਉਹਨਾਂ ਨੂੰ ਟਾਈਮ ਹੀ ਨਹੀਂ ਸੀ ਮਿਲ ਸਕਿਆ। ਤਾਂ ਹੁਣ ਚੰਗੀ ਗੱਲ ਹੈ ਕਿ ਚਲੋ ਮੁੱਖ ਮੰਤਰੀ ਨੇ ਇਹ ਕਿਹਾ ਕਿ ਜਿਹੜੇ 139 PPA ਹੋਏ ਨੇ ਪਾਵਰ ਪਰਚੇਜ਼ ਐਗਰੀਮੈਂਟ, ਉਹਨਾਂ ਦੇ ਵਿੱਚੋਂ 17 ਤਾਂ ਉਹ ਕਹਿੰਦੇ ਨੇ ਕਿ ਠੀਕ ਨੇ, ਜਿਹੜੇ ਸਾਡੀ ਬਿਜਲੀ ਦੀ ਜਿਹੜੀ ਡਿਮਾਂਡ ਹੈ ਉਹਦੀ ਪੂਰਤੀ ਕਰਦੇ ਨੇ, ਸਾਡੀਆਂ ਲੋੜਾਂ ਦੀ ਪੂਰਤੀ ਕਰਦੇ ਨੇ। ਪਰ ਜਿਹੜੇ ਬਾਕੀ ਨੇ 122, ਉਹਨਾਂ ਨੂੰ ਅਸੀਂ ਜਿਹੜੀ ਉਹਨਾਂ ਦੀ ਕਾਨੂੰਨੀ ਚਾਰਾਜੋਈ ਕਰਕੇ ਦੇਖਾਂਗੇ ਕਿ ਉਹਨਾਂ ਦੀ ਕਿੱਥੇ ਕੋਈ ਨੁਕਤਾ ਆ ਸਕਦਾ ਹੈ, ਲੀਗਲ ਐਂਗਲ ਉਹਦਾ ਦੇਖਿਆ ਜਾਏਗਾ। ਤਾਂ ਆਤਿਸ਼ ਗੱਲ ਇਹ ਹੁੰਦੀ ਹੈ ਕਿ ਜਦੋਂ ਅਸੀਂ ਕੋਈ ਵੀ ਰਾਹ ਪੈਂਦੇ ਆ, ਸਰਕਾਰ ਕੋਈ ਵੀ ਪਾਲਿਸੀ ਬਣਾਉਂਦੀ ਹੈਗੀ ਹੈ, ਨੀਤੀ ਬਣਾਉਂਦੀ ਹੈ, ਨੀਤੀ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਹਾਡੀ ਨੀਅਤ ਕਿੰਨੀ ਠੀਕ ਹੈ। ਅਗਰ ਸਾਡੇ ਸਰਕਾਰ ਦੀ, ਸਾਡੇ ਸਰਕਾਰ ਨੂੰ ਲੀਡ ਕਰਨ ਵਾਲੇ ਮੁੱਖ ਮੰਤਰੀ ਦੀ ਅਗਰ ਨੀਅਤ ਸਾਫ਼ ਹੁੰਦੀ, ਉਹ ਦਿਆਨਤਦਾਰ ਹੁੰਦੇ, ਤਾਂ ਡੇ 1 ਤੋਂ ਹੀ ਉਹਨਾਂ ਨੇ ਇਸ ਰਾਹ ਪੈ ਜਾਣਾ ਸੀ ਕਿ ਉਹ ਪਾਵਰ ਪਰਚੇਜ਼ ਐਗਰੀਮੈਂਟ ਦੀ ਸਮੀਖਿਆ ਕਰਦੀ, ਕਿਉਂਕਿ ਪਹਿਲਾਂ ਉਹਨਾਂ ਨੇ ਪਾਣੀਆਂ ਦੇ ਸਮਝੌਤੇ ਵੀ ਤਾਂ ਰੱਦ ਕੀਤੇ ਹੀ ਸੀਗੇ। ਤਾਂ ਇਹ ਰਾਹ ਅਡਾਪਟ ਕੀਤਾ। ਇਹ ਕਿਉਂ ਰਾਹ ਨਹੀਂ ਪਈ, ਇਹਦੇ ਨੂੰ ਲੈ ਕੇ ਉਹਨਾਂ ਤੇ ਉਂਗਲ ਉੱਠ ਰਹੀ ਹੈ। ਤਾਈਓ ਇਹ ਪੰਜਾਬ 'ਚ ਜਿਹੜੀ ਵਿਰੋਧੀ ਤਰ੍ਹਾਂ ਇਹ ਗੱਲ ਦੀ ਇਲਜ਼ਾਮ ਲਾ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਦੋਸਤਾਨਾ ਮੈਚ ਖੇਡਿਆ ਜਾ ਰਿਹਾ ਹੈਗਾ। ਤਾਂ ਇਸ ਤਰ੍ਹਾਂ ਹੀ ਜਿਹੜੇ ਨਵਜੋਤ ਸਿੱਧੂ ਨੇ, ਚਾਹੇ ਹੁਣ ਉਹ ਟਵੀਟ ਤੇ ਟਵੀਟ ਕਰਕੇ ਇਸ ਗੱਲ ਨੂੰ ਇਸ਼ਾਰ ਰਹੇ ਨੇ ਕਿ ਪਾਵਰ ਪਰਚੇਜ਼ ਐਗਰੀਮੈਂਟ ਰੱਦ ਹੋਣੇ ਚਾਹੀਦੇ ਨੇ, ਤੇ ਉਹਨਾਂ ਨੇ ਅੱਜ ਵੀ ਕਿਹਾ ਹੈਗਾ ਕਿ ਇਹਨਾਂ ਦੀ ਸ਼ੁਰੂਆਤ ਹੈ, ਜਿਹੜੇ 18 ਨੁਕਾਤੀ ਏਜੰਡਾ ਦਿੱਤਾ ਹੈਗਾ ਸੈਂਟਰ ਨੇ, ਇਹਦੀ ਸ਼ੁਰੂਆਤ PPA ਤੋਂ ਕੀਤੀ ਜਾਣੀ ਚਾਹੀਦੀ ਹੈ। ਪਰ ਜਿੱਥੇ ਕੈਪਟਨ ਅਮਰਿੰਦਰ ਸਿੰਘ ਤੇ ਉਂਗਲ ਉੱਠ ਰਹੀ ਹੈ, ਉਹਨਾਂ ਦੀ ਸਰਕਾਰ ਤੇ ਉਂਗਲ ਉੱਠ ਰਹੀ ਹੈ, ਉੱਥੇ ਨਾਲ ਨਵਜੋਤ ਸਿੰਘ ਸਿੱਧੂ ਤੇ ਵੀ ਸਵਾਲ ਉੱਠ ਰਹੇ ਨੇ ਕਈ ਤਰ੍ਹਾਂ ਦੇ। ਕਿਉਂਕਿ ਸਭ ਨੂੰ ਯਾਦ ਹੋਏਗਾ, ਸਾਡੇ ਦਰਸ਼ਕਾਂ ਨੂੰ, ਕਿ ਜਿਸ ਟਾਈਮ ਨਵਜੋਤ ਸਿੱਧੂ ਨੂੰ ਬਿਜਲੀ ਮੰਤਰੀ ਦਾ ਅਹੁਦਾ ਦਿੱਤਾ ਗਿਆ ਸੀ ਤਾਂ ਉਹਨਾਂ ਨੇ ਠੁਕਰਾ ਦਿੱਤਾ ਸੀ। ਠੁਕਰਾਉਣ ਦਾ ਮਤਲਬ ਕੀ ਸੀ? ਇਹਦਾ ਮਤਲਬ ਹੈ ਕਿ ਜੇ ਤਾਂ ਉਹਨੂੰ ਲੋਕਾਂ ਦੇ ਹਿੱਤ ਪਿਆਰੇ ਹੁੰਦੇ, ਜਾਂ ਜਿਨ੍ਹਾਂ ਹਿੱਤਾਂ ਦੀ ਬਿਜਲੀ ਵਾਲਿਆਂ ਦੀ ਅੱਜ ਗੱਲ ਕਰਦੇ ਨੇ, ਅਗਰ ਉਹਨਾਂ ਪ੍ਰਤੀ ਸੱਚੀ ਮੁੱਚੀ ਮੋਹ ਹੁੰਦਾ ਲੋਕਾਂ ਪ੍ਰਤੀ, ਤਾਂ ਉਹ ਉਹਨਾਂ ਨੇ ਬਿਜਲੀ ਦਾ ਮਹਿਕਮਾ ਹੱਸ ਕੇ ਲੈਣਾ ਸੀਗਾ। ਤਾਂ ਸਭ ਤੋਂ ਪਹਿਲਾਂ ਉਹ ਸਮਝੌਤੇ ਰੱਦ ਕਰਨ ਦੇ ਰਾਹ ਪੈਂਦੇ, ਲੋਕਾਂ ਨੂੰ ਸਸਤੀ ਬਿਜਲੀ ਦੇਣ ਦੇ ਰਾਹ ਪੈਂਦੇ। ਅਗਰ ਸਰਕਾਰ ਨਾ ਕਰਦੀ ਤਾਂ ਫਿਰ ਆਪੇ ਜਿਹੜੇ ਦੂਸਰੇ ਲੋਕ ਨਾ ਕਰਨ ਵਾਲੇ ਸੀ ਉਹ ਕਟਹਿਰੇ 'ਚ ਖੜੇ ਕਰਦੇ। ਤਾਂ ਉਹਨਾਂ ਦੇ ਵੀ ਕਿਤੇ ਨਾ ਕਿਤੇ ਲੋਕ ਸਵਾਲ ਕਰ ਰਹੇ ਨੇ ਕਿ ਉਹਨਾਂ ਨੂੰ ਬਿਜਲੀ ਦਾ ਮੰਤਰੀ ਦਾ ਜਿਹੜਾ ਅਹੁਦਾ ਪ੍ਰਵਾਨ ਕਰ ਲੈਣਾ ਚਾਹੀਦਾ ਸੀ, ਬਸ਼ਰਤੇ ਕਿ ਹੁਣ ਜਿਹੜੇ ਹੁਣ ਉਠਾ ਰਹੇ ਨੇ ਉਹ ਮਾਮਲੇ। ਤਾਂ ਇਸ ਤਰ੍ਹਾਂ ਉਹਨਾਂ ਦੇ ਬਿਜਲੀ ਬਿੱਲਾਂ ਦਾ ਮਾਮਲਾ ਵੀ ਉੱਠਿਆ ਕਿ ਚਲੋ ਵੱਖਰੀ ਗੱਲ ਹੈ ਕਿ ਉਹਨਾਂ ਨੇ ਬਿੱਲ ਆਪਣਾ ਤਾਰਤਾ, ਬਕਾਇਆ ਜਿਹੜਾ ਉਹ ਗੱਲ ਹੈ ਜਿਹੜੀ ਖਤਮ ਹੋ ਗਈ ਹੈ। ਸਾਡੇ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ, ਉਹ ਵੀ ਬਿਜਲੀ ਕੱਟਾਂ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਜਿਹੜਾ ਸੜਕਾਂ ਤੇ ਨਿਕਲਿਆ ਹੋਇਆ, ਉਹਨੇ ਵੀ ਇਹ ਗੱਲ ਕਹੀ ਹੈ ਕਿ ਅਸੀਂ ਤਾਂ ਦੇਖੋ ਜੀ ਆਪਣੇ ਰਾਜ ਭਾਗ ਦੇ ਵਿੱਚ ਸਰਪਲਸ ਬਿਜਲੀ ਕਰਤੀ ਸੀ, ਪਰ ਇਹ ਨਵੀਂ ਸਰਕਾਰ ਤੋਂ ਬਿਜਲੀ ਸਾਂਭੀ ਕੋਈ ਨਹੀਂ ਗਈ। ਉਹ ਕਹਿੰਦੇ ਡੇ ਬਾਈ ਡੇ ਦੀ ਡਿਮਾਂਡ ਹੈ ਉਹ ਤਾਂ ਇਨਕਰੀਜ਼ ਹੁੰਦੀ ਰਹਿੰਦੀ ਹੈ। ਸਾਡੇ ਵੇਲੇ ਜਿੰਨੀ ਡਿਮਾਂਡ ਸੀ ਅਸੀਂ ਉਸ ਤੋਂ ਵੱਧ ਕਰਤੀ ਸੀ, ਪਰ ਉਸ ਤੋਂ ਬਾਅਦ ਡਿਮਾਂਡ ਹੀ ਵੱਧ ਗਈ ਹੁਣ ਲੋਕਾਂ ਦੀ, ਇਸ ਕਰਕੇ ਨਵੀਂ ਸਰਕਾਰ ਨੇ ਦੇਖਣਾ ਸੀ। ਸੂਬਾ ਸਾਡੇ ਵੇਲੇ ਤਾਂ ਸਰਪਲਸ ਸੀਗਾ। ਇਹ ਸਾਰਾ ਉਹ ਇਲਜ਼ਾਮ ਹੈ ਜਿਹੜਾ ਕਾਂਗਰਸ ਨੂੰ ਦਿੰਦੇ ਨੇ। ਅਗਲੀ ਧਿਰ ਜਿਹੜੀ ਮੁੱਖ ਵਿਰੋਧੀ ਧਿਰ ਹੈ ਉਹ ਹੈਗੀ ਆਮ ਆਦਮੀ ਪਾਰਟੀ। ਤਾਂ ਉਹਨਾਂ ਨੇ ਵੀ ਕੱਲ ਜਿਹੜੀ ਐਕਸਿਸਮਾ ਫਾਰਮ ਤੇ ਵੱਲ ਚਾਲੇ ਪਾਏ ਸੀਗੇ। ਉਹਨਾਂ ਨੇ ਸ਼ੁਰੂ ਤੋਂ ਹੀ ਇਸ ਨੂੰ ਏਜੰਡੇ ਦੇ ਤੌਰ ਤੇ ਰੱਖਿਆ। ਉਹਨਾਂ ਦੇ ਅਮਨ ਅਰੋੜਾ ਨੇ, ਹਰਪਾਲ ਚੀਮਾ ਨੇ, ਉਹ ਬੜੀ ਸ਼ੁਰੂ ਤੋਂ ਮੈਂ ਦੇਖਦਾ ਰਿਹਾ ਕਿ ਉਹ ਮਸਲੇ ਨੂੰ ਨੇੜਿਓਂ ਲੈ ਰਹੇ ਨੇ। ਅਮਨ ਅਰੋੜਾ ਨੇ ਤਾਂ ਕਾਫੀ ਵਰਕ ਕੀਤਾ ਹੈ ਤੇ ਪਾਵਰ ਪਰਚੇਜ਼ ਐਗਰੀਮੈਂਟ ਤੇ ਰੌਲਾ ਵੀ ਪਾਉਂਦੀ ਰਹੀ ਆਮ ਆਦਮੀ ਪਾਰਟੀ। ਪਰ ਪਾਰਟੀਆਂ ਦੇ ਚਲੋ ਫਿਰ ਵੀ ਕਿਤੇ ਨਾ ਕਿਤੇ ਪੋਲੀਟੀਕਲ ਇੰਟਰਸਟ ਹੁੰਦੇ ਨੇ, ਪਰ ਸਾਡੀਆਂ ਸਰਕਾਰਾਂ ਨੂੰ ਦੇਖਣਾ ਹੁੰਦਾ ਕਿ ਲੋਕਾਂ ਦੇ ਇੰਟਰਸਟ ਦੇ ਵਿੱਚ ਕੀ ਹੈ, ਲੋਕਾਂ ਦੇ ਹਿੱਤ ਵਿੱਚ ਕੀ ਹੈ, ਲੋਕਾਂ ਦੇ ਹਿੱਤ ਤੋਂ ਦੇ ਨਜ਼ਰ ਤੋਂ ਜਿਹੜੇ ਫੈਸਲੇ ਲਏ ਜਾਣੇ ਚਾਹੀਦੇ ਹੈ। ਚਲੋ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਮਝੌਤੇ ਰੱਦ ਹੋਣਗੇ। ਜੇ ਤਾਂ ਆਪਾਂ ਟਰੈਕ ਰਿਕਾਰਡ ਦੇਖੀਏ ਫਿਰ ਤਾਂ ਮੈਨੂੰ ਨਹੀਂ ਲੱਗਦਾ ਕਿ ਸਮਝੌਤੇ ਰੱਦ ਹੋਣਗੇ, ਕਿਉਂਕਿ ਜੋ 4.25 ਸਾਲ 'ਚ ਜਦੋਂ ਨੀਅਤ ਹੀ ਨਹੀਂ ਸਾਡੀ, ਜੇ ਹੁਣ ਵੀ ਅਸੀਂ ਕੋਈ ਇਹ ਫੈਸਲਾ ਢਿੱਡੋਂ ਨਹੀਂ ਲਿਆ ਕਿ ਅਸੀਂ ਕਾਨੂੰਨੀ ਰਾਹ ਅਖਤਿਆਰ ਕਰਾਂਗੇ, ਫਿਰ ਤਾਂ ਇਹਦੇ ਵਿੱਚ ਕੁਛ ਨਹੀਂ ਨਿਬੜਨਾ। ਕਿਉਂਕਿ ਟਾਈਮ ਹੈ ਜਿਹੜਾ ਸਰਕਾਰ ਦਾ ਬਹੁਤ ਥੋੜ੍ਹਾ ਰਹਿ ਗਿਆ, 6-7 ਮਹੀਨੇ ਰਹਿ ਗਿਆ।
ਤੇ ਇਹਦੇ ਵਿੱਚ ਕੀ ਹੋਏਗਾ। ਤੇ ਉੱਪਰੋਂ ਅੱਜ ਖਬਰ ਆਈ ਹੈ ਕਿ ਜਿਹੜਾ ਤਲਵੰਡੀ ਸਾਬੋ ਵਾਲਾ ਥਰਮਲ ਪਲਾਂਟ ਹੈ ਉਹਦਾ ਇੱਕ ਯੂਨਿਟ ਹੋਰ ਬੰਦ ਹੋ ਗਿਆ। ਇੱਕ ਯੂਨਿਟ ਆਲਰੇਡੀ ਬੰਦ ਹੈਗਾ। ਤਾਂ ਸਰਕਾਰ ਨੂੰ ਤਾਂ ਪਹਿਲਾਂ ਹੀ ਬਿਜਲੀ ਦੀ ਜਿਹੜੀ ਕਾਫੀ ਤੋਟ ਆ ਰਹੀ ਹੈ। ਚਾਹੇ ਅੱਜ ਪਾਵਰਕੌਮ ਦੇ CMD ਨੇ ਕਿਹਾ ਕਿ ਅਸੀਂ ਐਗਰੀਕਲਚਰ ਸੈਕਟਰ ਨੂੰ 8 ਘੰਟੇ ਬਿਜਲੀ ਦੇ ਰਹੇ ਹਾਂ। ਅਗਰ ਇੱਕ ਯੂਨਿਟ 660 ਮੈਗਾਵਾਟ ਦਾ ਬੰਦ ਹੁੰਦਾ ਹੈ ਤਾਂ ਇਹਦੀ ਪੂਰਤੀ ਕਿਵੇਂ ਹੋਏਗੀ, ਇਹ ਵੀ ਦੇਖਣ ਵਾਲੀ ਗੱਲ ਹੋਏਗੀ। ਔਰ ਵੱਡਾ ਦੇਖਣਾ ਹੋਏਗਾ ਕਿ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਚੋਣਾਂ ਤੋਂ ਪਹਿਲਾਂ ਪਾਵਰ ਪਰਚੇਜ ਐਗਰੀਮੈਂਟ ਤੇ ਕੀ ਸਟੈਂਡ ਲੈਂਦੀ ਹੈ ਔਰ ਕਿੰਨੀ ਕੁ ਆਪਣੀ ਇਮਾਨਦਾਰੀ ਦਿਖਾਉਂਦੀ ਹੈ। ਜੀ ਚਰਨਜੀਤ ਜੀ, ਤੁਸੀਂ ਜ਼ਿਕਰ ਕੀਤਾ ਹੁਣੇ ਪਿਛਲੀ ਸਰਕਾਰ ਦਾ, ਇਸ ਦੇ ਨਾਲ ਹੀ ਇੱਕ ਗੱਲ ਇਹ ਵੀ ਤੁਰੀ ਫਿਰਦੀ ਹੈ, ਲੋਕਾਂ ਦੇ ਵਿੱਚ ਆ ਰਹੀ ਹੈ ਵੀ ਇਹ ਗੱਠਜੋੜ ਸਰਕਾਰ ਨੇ ਜਿਹੜਾ ਰਾਜਪੁਰਾ ਥਰਮਲ ਨਾਲ ਬਿਜਲੀ ਸਮਝੌਤਾ ਕੀਤਾ ਸੀ, ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਖਾਸ ਕੰਪਨੀ ਤੋਂ ਬਿਜਲੀ ਖਰੀਦਣ ਦਾ ਇੱਕ ਤਾਣਾ ਬਾਣਾ ਬੁਣਿਆ ਸੀ ਜੋ ਕਿ ਕਾਮਯਾਬ ਨਹੀਂ ਹੋ ਸਕਿਆ। ਉਹ ਪ੍ਰੋਜੈਕਟ ਜਿਹੜਾ ਸੀ ਫੇਲ ਹੋ ਗਿਆ ਸੀਗਾ। ਅਸੀਂ ਜਾਣਨਾ ਚਾਹਾਂਗੇ ਉਹ ਮਾਜਰਾ ਕੀ ਸੀਗਾ ਪੂਰਾ। ਦੇਖੋ, ਸਰਕਾਰ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਵਾਪਰਦੀਆਂ ਨੇ, ਬਹੁਤ ਸਾਰੇ ਫੈਸਲੇ ਲਏ ਜਾਂਦੇ ਨੇ। ਉਹਦੇ ਵਿੱਚੋਂ ਜਿਹੜੇ ਬਹੁਤ ਸਾਰੀਆਂ ਜਿਹੀਆਂ ਚੀਜ਼ਾਂ ਨੇ ਉਹ ਪਬਲਿਕ ਦੇ ਸਾਹਮਣੇ ਨਹੀਂ ਆਉਂਦੀਆਂ। ਬਹੁਤ ਚੀਜ਼ਾਂ ਜਿਹੜੀਆਂ ਉਹ ਪ੍ਰੈਸ ਦੇ ਵੀ ਧਿਆਨ 'ਚ ਨਹੀਂ ਆਉਂਦੀਆਂ ਹੈਗੀਆਂ ਨੇ। ਤਾਂ ਸਾਡੇ ਮਸਲਾ ਹੁਣ ਇੱਕ ਧਿਆਨ 'ਚ ਆਇਆ ਹੈਗਾ ਕਿ ਜਿਸ ਟਾਈਮ ਰਾਜਪੁਰਾ ਥਰਮਲ ਪਲਾਂਟ ਦਾ ਪਾਵਰ ਪਰਚੇਜ਼ ਐਗਰੀਮੈਂਟ ਹੋਣਾ ਸੀ, ਤਾਂ ਜਿਹੜੀ ਕੰਪਨੀ L&T ਨੂੰ ਹੁਣ ਥਰਮਲ ਦਿੱਤਾ ਹੈਗਾ, ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ, ਉਸ ਵੇਲੇ ਦੀ ਸਰਕਾਰ ਨੇ ਇੱਕ ਪ੍ਰਾਈਵੇਟ ਕੰਪਨੀ ਨੂੰ ਗੱਫਾ ਦੇਣ ਦੇ ਲਈ ਇੱਕ ਨਵੀਂ ਜਿਹੜੀ ਚਾਲ ਹੈ, ਜਿਹੜੀ ਇੱਕ ਸਾਜ਼ਿਸ਼ ਅੰਦਰੋਂ ਅੰਦਰੀ ਰਚੀ ਸੀ। ਇਹ ਵੱਖਰੀ ਗੱਲ ਹੈ ਕਿ ਉਹ ਸਿਰੇ ਨਹੀਂ ਚੜ੍ਹ ਸਕੀ। ਅਗਰ ਉਸ ਵੇਲੇ ਦੀ ਸਰਕਾਰ ਉਸ ਕੰਪਨੀ ਨੂੰ ਬਿਨਾਂ ਕਿਸੇ ਮੁਕਾਬਲੇ ਤੋਂ ਪਾਵਰ ਪਰਚੇਜ਼ ਐਗਰੀਮੈਂਟ ਕਰ ਲੈਂਦੀ ਤਾਂ ਪੰਜਾਬ ਦੇ ਲੋਕਾਂ ਨੂੰ ਅੱਜ ਬਿਜਲੀ ਹੈ ਜਿਹੜੀ ਹੋਰ ਮਹਿੰਗੀ ਮਿਲਣੀ ਸੀ। ਤਾਂ ਮੋਟੇ ਅੰਦਾਜ਼ੇ ਅਨੁਸਾਰ ਜੇ ਉਸ ਗੱਲ ਸਿਰੇ ਚੜ੍ਹ ਜਾਂਦੀ ਤਾਂ 10,500 ਕਰੋੜ ਰੁਪਏ ਦਾ ਬੋਝ ਆਉਂਦੇ 25 ਸਾਲਾਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਪੈਣਾ ਸੀਗਾ। ਤਾਂ ਉਹ ਸਰਕਾਰ ਨੇ ਤਾਂ ਜਿਹੜੀ ਕੀਤੀ ਉਹ ਸੋ ਕੀਤੀ ਔਰ ਉਹ ਸਾਰੀ ਗੱਲ ਦਬ ਕੇ ਰਹਿ ਗਈ ਕਿ ਉਹ ਮਾਜਰਾ ਕੀ ਸੀ। ਔਰ ਸਾਡੀ ਨਵੀਂ ਸਰਕਾਰ ਨੇ ਵੀ 4.25 ਸਾਲ ਦੇ ਵਿੱਚ ਉਹ ਭੇਤ ਨੂੰ ਭੇਤ ਬਣਿਆ ਰਹਿਣ ਦਿੱਤਾ। ਤਾਂ ਸਾਨੂੰ ਜਿੰਨੇ ਕੁ ਉਸ ਦਾ ਰਿਕਾਰਡ ਪ੍ਰਾਪਤ ਹੋਇਆ, ਤੱਥ ਪ੍ਰਾਪਤ ਹੋਏ ਹੈ, ਉਹ ਅਸੀਂ ਅੱਜ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹਾਂਗੇ ਕਿ ਅਸਲ 'ਚ ਮਸਲਾ ਕੀ ਸੀਗਾ, ਕਿ ਕਿਵੇਂ ਪੰਜਾਬ ਦੇ ਲੋਕਾਂ ਨਾਲ ਇੱਕ ਠੱਗੀ ਹੋਰ ਵੱਜਣ ਜਾ ਰਹੀ ਸੀ ਜਿਹਦੇ ਨਾਲ ਬਿਜਲੀ ਇਸ ਨਾਲੋਂ ਵੀ ਜ਼ਿਆਦਾ ਮਹਿੰਗੀ ਹੋ ਜਾਣੀ ਸੀਗੀ। ਤੇ ਤਕਰੀਬਨ 450 ਕਰੋੜ ਰੁਪਇਆ ਪੰਜਾਬ ਦੇ ਲੋਕਾਂ ਨੂੰ ਬਿਜਲੀ ਬਿੱਲਾਂ ਦੇ ਰੂਪ ਦੇ ਵਿੱਚ ਹੋਰ ਤਾਰਨਾ ਪੈਣਾ ਸੀ। ਪਰ ਉਹ ਇੱਕ ਚੇਅਰਮੈਨ ਦੀ ਬਦੌਲਤ ਹੈ ਜਿਹੜਾ ਉਸ ਤੋਂ ਬਚਾਓ ਹੋ ਗਿਆ ਕਿ ਉਹ ਬੋਝ ਸਾਡੇ ਤੇ ਉਹਨਾਂ ਨਹੀਂ ਪੈ ਸਕਿਆ। ਚਾਹੇ ਹੁਣ ਵੀ ਅਸੀਂ ਮਹਿੰਗੀ ਬਿਜਲੀ ਖਰੀਦ ਰਹੇ ਹਾਂ, ਫਿਰ ਇਸ ਤੋਂ ਵੀ ਜ਼ਿਆਦਾ ਮਹਿੰਗੀ ਹੋਣੀ ਸੀਗੀ। ਆਤਿਸ਼ ਕੋਸ਼ਿਸ਼ ਕਰਾਂਗੇ ਕਿ ਆਪਾਂ ਇੱਕ ਸਿਲਸਿਲੇਵਾਰ ਤਰੀਕੇ ਨਾਲ, ਸੌਖੇ ਤਰੀਕੇ ਨਾਲ ਆਪਣੇ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਰ ਸਕੀਏ। ਜਿਸ ਟਾਈਮ ਤਲਵੰਡੀ ਸਾਬੋ ਪਾਵਰ ਪਲਾਂਟ ਦਾ ਐਗਰੀਮੈਂਟ ਹੋ ਚੁੱਕਾ ਸੀ, ਇਹ 2008 ਦੀ ਗੱਲ ਮੈਂ ਕਰ ਰਿਹਾ। ਉਸ ਐਗਰੀਮੈਂਟ ਹੋਣ ਤੋਂ ਬਾਅਦ ਜਦੋਂ ਰਾਜਪੁਰਾ ਥਰਮਲ ਪਲਾਂਟ ਦੇ ਪਾਵਰ ਪਰਚੇਜ਼ ਐਗਰੀਮੈਂਟ ਕਰਨੇ ਸੀਗੇ ਤਾਂ ਉਹਦੇ ਲਈ 9 ਕੰਪਨੀਆਂ, 9 ਫਰਮਾਂ ਕਹਿ ਲਓ ਤੁਸੀਂ, ਉਹ ਅਦਾਰੇ ਅੱਗੇ ਆਏ ਸੀ, ਉਹ ਕੁਆਲੀਫਾਈ ਕਰਦੇ ਸੀਗੇ। ਉਹਨਾਂ 9 ਦੇ ਵਿੱਚੋਂ 7 ਕੰਪਨੀਆਂ ਨੇ ਸਰਕਾਰ ਤੋਂ ਟੈਂਡਰ ਲੈ ਲਏ ਸੀ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਉਹ 7 ਕੰਪਨੀਆਂ ਦੇ ਵਿੱਚੋਂ 6 ਕੰਪਨੀਆਂ ਨੇ ਟੈਂਡਰ ਪਾਏ ਨਹੀਂ ਸੀ। ਸਿਰਫ ਇੱਕ ਕੰਪਨੀ ਨੇ ਟੈਂਡਰ ਪਾਇਆ ਸੀ ਜਿਹਦਾ ਨਾਮ ਸੀ ਲੈਂਕੋ। ਤਾਂ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਏਡਾ ਵੱਡਾ ਪ੍ਰੋਜੈਕਟ ਹੋਵੇ ਔਰ ਉਹਦੇ ਲਈ ਤਾਂ ਮਾਰੋ-ਮਾਰੀ ਹੁੰਦੀ ਹੈ। ਕਾਰਪੋਰੇਟ ਘਰਾਣੇ ਜਿਹੜੇ ਅੱਗੜ ਪਿਛੜ, ਜਿਵੇਂ ਦੂਸਰੇ ਗੋਇੰਦਵਾਲ ਤਲਵੰਡੀ ਸਾਬੋ ਲਈ 4-5 ਫਰਮਾਂ ਆਈਆਂ ਸੀ, ਕਿਉਂਕਿ ਉਹਦੇ ਲਈ ਵੀ 7 ਫਰਮਾਂ ਨੇ ਕੁਆਲੀਫਾਈ ਕੀਤਾ ਸੀ ਤਲਵੰਡੀ ਸਾਬੋ ਥਰਮਲ ਪਲਾਂਟ ਲਈ। ਔਰ 7 ਦੇ ਵਿੱਚੋਂ ਜਿਹੜੀਆਂ 4 ਫਰਮਾਂ ਜਾਂ 5 ਫਰਮਾਂ ਜਿਹੜੀਆਂ ਉਹਨਾਂ ਨੇ ਟੈਂਡਰ ਪਾਏ ਸੀਗੇ। ਤਾਂ ਇਹਦੇ ਵਿੱਚ ਹੈਰਾਨੀ ਹੁੰਦੀ ਹੈ ਕਿ ਜਦੋਂ ਤੁਹਾਡੇ ਕੋਲ 7 ਫਰਮਾਂ ਟੈਂਡਰ ਲੈ ਲੈਂਦੀਆਂ ਪਰ ਪਾਉਂਦੀਆਂ 6 ਪਾਉਂਦੀਆਂ ਨਹੀਂ, ਸਿਰਫ ਇੱਕ ਲੈਂਕੋ ਕੰਪਨੀ ਪਾਉਂਦੀ ਹੈ, ਤਾਂ ਉਹਦੀ ਜਿਹੜੇ ਸ਼ੱਕ ਹੈ ਖੜਾ ਹੋ ਜਾਂਦਾ ਹੈ। ਉਹਦੀ ਸਾਨੂੰ ਸਰਕਾਰ ਦੀ ਨੀਅਤ ਦਾ ਪਤਾ ਲੱਗ ਜਾਂਦਾ ਕਿ ਕਿਤੇ ਨਾ ਕਿਤੇ ਗੜਬੜ ਜ਼ਰੂਰ ਹੈਗੀ ਹੈ। ਆਤਿਸ਼, ਉਸ ਤੋਂ ਬਾਅਦ ਉਸ ਕੰਪਨੀ ਨੇ ਜਿਹੜਾ ਰੇਟ ਦਿੱਤਾ ਆਪਾਂ ਨੂੰ, ਪੰਜਾਬ ਸਰਕਾਰ ਨੂੰ, ਉਹ ਦਿੱਤਾ 3 ਰੁਪਏ 38 ਪੈਸੇ ਪ੍ਰਤੀ ਯੂਨਿਟ। ਤਾਂ ਦੇਖੋ, ਸਰਕਾਰ ਨੇ ਜੇ ਕੋਈ ਸੂਈ ਵੀ ਖਰੀਦਣੀ ਹੋਵੇ ਉਹਦਾ ਇੱਕ ਪ੍ਰੋਸੈਸ ਹੈ, ਉਹਦਾ ਇੱਕ ਵਿਧੀ ਵਿਧਾਨ ਹੁੰਦਾ ਕਿ ਅਗਰ ਇੱਕ ਤੋਂ ਜ਼ਿਆਦਾ ਕੰਪਨੀਆਂ ਰੱਖਿਆ ਹੁੰਦਾ ਕਿ 2 ਫਰਮਾਂ 3 ਫਰਮਾਂ ਘੱਟੋ ਘੱਟ ਹੋਣ ਤਾਂ ਹੀ ਤੁਹਾਡੀ ਉਹ ਬਿਡਿੰਗ ਹੈ ਜਿਹੜੀ ਸਫਲ ਮੰਨੀ ਜਾਏਗੀ। ਪਰ ਇਹਦੇ ਵਿੱਚ ਕਿਸੇ ਇੱਕ ਸਿੰਗਲ ਬਿਡ ਆਈ ਸੀ ਲੈਂਕੋ ਕੰਪਨੀ ਦੀ, ਉਸੇ ਨੇ ਸਾਨੂੰ ਰੇਟ ਦਿੱਤਾ ਕਿ 3 ਰੁਪਏ 38 ਪੈਸੇ ਤੁਹਾਨੂੰ ਪ੍ਰਤੀ ਯੂਨਿਟ ਦੇਵਾਂਗੇ। ਸਰਕਾਰ ਨੇ ਉਸ ਨੂੰ ਓਕੇ ਵੀ ਕਹਿ ਦਿੱਤਾ। ਤਾਂ ਜੇ ਉਹ 3 ਰੁਪਏ 38 ਪੈਸੇ ਨਾਲ ਸਾਡੀ ਗੱਲ ਸਿਰੇ ਚੜ੍ਹ ਜਾਂਦੀ ਤਾਂ ਪੰਜਾਬ ਦੇ ਲੋਕਾਂ ਤੇ
550 ਦੇ ਕਰੀਬ ਪ੍ਰਤੀ ਸਾਲ ਦਾ ਬੋਝ ਹੈ ਜਿਹੜਾ ਉਹ ਸਿੱਧੇ ਰੂਪ ਦੇ ਵਿੱਚ ਪੈਣਾ ਸੀ। ਜੀ ਤੇ ਦੂਸਰੇ ਪਾਸੇ ਤਲਵੰਡੀ ਸਾਬੋ ਦਾ ਆਲਰੇਡੀ ਜਿਹੜਾ ਪਾਵਰ ਪਰਚੇਜ਼ ਐਗਰੀਮੈਂਟ ਹੋਇਆ ਸੀ ਉਹ ਹੋਇਆ ਸੀ ₹2.86 ਪ੍ਰਤੀ ਯੂਨਿਟ, ਜੀ ਤੇ ਇਹਦੇ ਵਿੱਚ ਇੱਕ ਬਿੱਡ ਆਈ ਸੀ, ਉਹਨੇ ₹3.38 ਰੇਟ ਪਾਇਆ। ਇਹਦਾ ਮਤਲਬ ਹੈ ਕਿ ਆਲਰੇਡੀ ਜਿਹੜਾ ਪਾਵਰ ਪਰਚੇਜ਼ ਐਗਰੀਮੈਂਟ ਹੋ ਚੁੱਕਾ ਸੀ ਉਹਦੇ ਨਾਲੋਂ ਜਿਹੜਾ 52 ਪੈਸੇ ਹੈ ਜਿਹੜਾ ਪ੍ਰਤੀ ਯੂਨਿਟ ਉਹ ਵੱਧ ਪਾਇਆ। ਹੁਣ ਦੇਖੋ ਸਿੰਗਲ ਕੰਪਨੀ ਹੈ, ਉਸ ਨੂੰ ਸਰਕਾਰ ਨੇ ਚਾਹਿਆ ਕਿ ਚਲੋ ਠੀਕ ਹੈ ਆਪਾਂ ਇਸੇ ਨੂੰ ਦੇ ਦਿੰਨੇ ਆ, ਆਪਾਂ ਰੀਬਿਡਿੰਗ ਨਹੀਂ ਕਰਨੇ। ਹਾਲਾਂਕਿ ਅਸੂਲਨ ਦੇ ਤੌਰ ਤੇ ਜਾਂ ਲੀਗਲੀ ਰੀਬਿਡ ਕਰਨੀ ਬਣਦੀ ਸੀ, ਪਰ ਸਰਕਾਰ ਨੇ ਨਹੀਂ ਕੀਤੀ। ਹੁਣ ਮਸਲਾ ਜਾਣਾ ਸੀ ਅੱਗੇ, ਉਦੋਂ ਬਿਜਲੀ ਬੋਰਡ ਹੁੰਦਾ ਸੀ ਤੇ ਬਿਜਲੀ ਬੋਰਡ ਦੇ ਚੇਅਰਮੈਨ ਹੁੰਦੇ ਸੀ ਬਾਈ ਐਸ ਰਤੜਾ, ਤੇ ਰਤੜਾ ਦੀ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਟਰਮ ਹੈ 12 ਜਨਵਰੀ 2009 ਨੂੰ ਖਤਮ ਹੋਣੀ ਸੀ। ਤਾਂ ਸਰਕਾਰ ਨੇ 12 ਜਨਵਰੀ ਡੀਕੇ ਬਿਨਾਂ ਹੀ ਉਸ ਤੋਂ ਪਹਿਲਾਂ 2 ਜਨਵਰੀ ਨੂੰ ਕਹਿ ਦਿੱਤਾ ਕਿ ਅਗਲੇ ਹੁਕਮਾਂ ਤੱਕ ਇਹਨਾਂ ਦੀ ਮਿਆਦ ਦੇ ਵਿੱਚ ਵਾਧਾ ਕੀਤਾ ਜਾਂਦਾ ਹੈ। ਇਹ ਦੇਖੋ ਐਡਵਾਂਸ ਦੇ ਵਿੱਚ, ਕਿਉਂਕਿ ਕਾਂਗਰਸ ਦਾ ਹਾਲਾਂਕਿ ਉਹ ਚੇਅਰਮੈਨ ਲਾਇਆ ਹੋਇਆ ਸੀਗਾ, ਤਾਂ ਉਹਨਾਂ ਨੂੰ ਇਹਨਾਂ ਨੇ ਹੋ ਸਕਦਾ ਕਿਹਾ ਹੋਵੇ ਕਿ ਤੁਸੀਂ ਹੁਣ ਇਹਨੂੰ ₹3.38 ਨੂੰ ਜਿਹੜਾ ਅੱਗੇ BOD ਦੇ ਵਿੱਚ ਲੈ ਕੇ ਆਓ ਤੇ ਮਨਜ਼ੂਰ ਕਰੋ, ਪਰ ਉਹਨਾਂ ਨੇ ਇਹ ਗੱਲ ਮੰਨੀ ਨਾ। ਤਾਂ ਉਹਨਾਂ ਨੇ ਕਹਿ ਦਿੱਤਾ ਕਿ ਇਹਦੇ ਲਈ ਨੈਗੋਸ਼ੀਏਸ਼ਨ ਇੱਕ ਕਮੇਟੀ ਬਣਾ ਦੇਵੇ ਸਰਕਾਰ, ਉਹਦੇ 'ਚ ਨੈਗੋਸ਼ੀਏਟ ਕਰ ਲੇ ਕੰਪਨੀ ਨਾਲ ਕਿ ਰੇਟ ਘੱਟ ਵੱਧ ਕਰ ਲੇ, ਤੇ ਫਿਰ ਸਰਕਾਰ ਆਪਣੇ ਪੱਧਰ ਤੇ ਫੈਸਲਾ ਲੈ ਲਵੇ। ਤਾਂ ਜਦੋਂ 12 ਜਨਵਰੀ ਨੂੰ ਰਿਟਾਇਰ ਹੋਣਾ ਸੀ ਤੇ 13 ਜਨਵਰੀ ਨੂੰ ਹੀ ਉਹਨੂੰ ਫਾਰਗ ਕਰ ਦਿੱਤਾ ਗਿਆ। ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ ਆਤਿਸ਼, ਕਿ 20 ਫਰਵਰੀ 2009 ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਹੁੰਦੀ ਹੈ। ਉਹਦੇ ਵਿੱਚ ਪਾਵਰ ਡਿਪਾਰਟਮੈਂਟ ਆਪਣਾ ਇੱਕ ਏਜੰਡਾ ਲੈ ਕੇ ਆਉਂਦਾ ਹੈ। ਉਹਦੇ ਵਿੱਚ ਰਾਜਪੁਰਾ ਥਰਮਲ ਦਾ ਏਜੰਡਾ ਵੀ ਲੱਗਦਾ ਹੈਗਾ ਪ੍ਰੋਮੀਨੈਂਟਲੀ। ਉਹਦੇ ਵਿੱਚ 3 ਆਪਸ਼ਨਾਂ ਜਿਹੜੀ ਉਹ ਮਹਿਕਮਾ ਦਿੰਦਾ ਹੈਗਾ। ਇੱਕ ਤਾਂ ਉਹ ਕਹਿੰਦਾ ਕਿ ₹3.38 ਪ੍ਰਤੀ ਯੂਨਿਟ ਲੈਂਕੋ ਕੰਪਨੀ ਸਾਨੂੰ ਰੇਟ ਆਫਰ ਕੀਤਾ, ਸਿੰਗਲ ਬਿੱਡ ਹੈ, ਕੀ ਇਸ ਨੂੰ ਪ੍ਰਵਾਨ ਕਰ ਲਿਆ ਜਾਵੇ। ਦੂਸਰੀ ਆਪਸ਼ਨ ਉਹਨਾਂ ਨੇ ਕਿਹਾ ਕਿ ਜਾਂ ਪਬਲਿਕ ਸੈਕਟਰ ਦਾ, ਜਿਸ ਤਰ੍ਹਾਂ ਬਠਿੰਡਾ, ਰੋਪੜ ਜਾਂ ਲਹਿਰਾ ਥਰਮਲ ਲੱਗੇ ਨੇ, ਕਿ ਪਬਲਿਕ ਸੈਕਟਰ ਦੇ ਵਿੱਚ ਥਰਮਲ ਲਾ ਲਿਆ ਜਾਵੇ। ਤੀਸਰੀ ਆਪਸ਼ਨ ਦਿੱਤੀ ਉਹਨਾਂ ਨੇ ਕਿ ਰੀਬਿਡ ਕਰ ਲਿਆ ਜਾਵੇ, ਕਿਉਂਕਿ ਸਿੰਗਲ ਹੈ ਇਸ ਕਰਕੇ ਹੋਰ ਆਏਗਾ ਤਾਂ ਕੰਪੀਟੀਸ਼ਨ ਹੋ ਗਿਆ, ਕੰਪੀਟੀਸ਼ਨ ਦੇ ਵਿੱਚ ਰੇਟ ਹੈ ਜਿਹੜਾ ਉਹ ਹੋਰ ਡਾਊਨ ਜਾਏਗਾ ਜਿਹੜਾ ਪ੍ਰਤੀ ਯੂਨਿਟ ਹੈਗਾ। ਤਾਂ ਸਰਕਾਰ ਨੇ ਉਹ ਬਣਾਇਆ ਤੇ ਇੰਨੇ ਬਿਜਲੀ ਬੋਰਡ ਦੇ ਚੇਅਰਮੈਨ ਹੈ ਜਿਹੜੇ ਉਹ ਨਵੇਂ ਚੇਅਰਮੈਨ ਆ ਗਏ। ਤਾਂ ਸਰਕਾਰ ਨੇ ਇਹ ਏਜੰਡਾ ਉਹਦੇ 'ਚ ਲੌਜਿਕ ਇਹ ਲਿਆ ਕਿ ਸਾਨੂੰ ਫੌਰੀ ਲੋੜ ਹੈ ਬਿਜਲੀ ਦੀ, ਹੋਰ ਅਸੀਂ ਸਰਪਲਸ ਕਰਨੀ ਹੈ ਸਟੇਟ ਆਪਣੀ, ਤੇ ਪਲੱਸ ਸਾਨੂੰ ਬਾਹਰੋਂ ਹੋਰ ਮਹਿੰਗੀ ਬਿਜਲੀ ਮਿਲ ਰਹੀ ਹੈ, ਇਸ ਕਰਕੇ ਸਾਨੂੰ ਹੋਰ ਟੈਂਡਰ ਕਰਨ ਦੀ ਲੋੜ ਨਹੀਂ, ਤੇ ਅਸੀਂ ਇਸ ਨੂੰ ਸਿੰਗਲ ਜਿਹੜੀ ਬਿੱਡ ਤੇ ਖਰੀਦ ਲੈਂਦੇ ਹਾਂ। ਤਾਂ ਮਸਲਾ ਪੰਗਾ ਅੱਗੇ ਉੱਥੇ ਜਾ ਕੇ ਪੈ ਗਿਆ ਕਿ ਜਦੋਂ ਪੰਜਾਬ ਸਟੇਟ ਰੈਗੂਲੇਟਰੀ ਅਥਾਰਟੀ ਕੋਲੇ ਮਾਮਲਾ ਜਾਣਾ ਸੀ, ਸਟੇਟ ਨੇ ਆਪਣੇ ਵੱਲੋਂ ਓਕੇ ਕਰਤਾ ₹3.38 ਕਿ ਲੈਂਕੋ ਕੰਪਨੀ ਨੂੰ ਦੇਵਾਂਗੇ ਅਸੀਂ, ਤੇ ਬਿਜਲੀ ਬੋਰਡ ਨੇ ਓਕੇ ਕਰ ਦਿੱਤਾ। ਬਿਜਲੀ ਬੋਰਡ ਜਦੋਂ ਰੈਗੂਲੇਟਰੀ ਕਮਿਸ਼ਨ ਕੋਲ ਗਿਆ ਤਾਂ ਉਸ ਟਾਈਮ ਦੇ ਚੇਅਰਮੈਨ ਸੀ ਜੈ ਸਿੰਘ ਗਿੱਲ। ਤਾਂ ਜੈ ਸਿੰਘ ਗਿੱਲ ਨੇ ਇਸ ਗੱਲ ਤੇ ਸਟੈਂਡ ਲੈ ਲਿਆ। ਤਾਂ ਉਹਨਾਂ ਨੇ ਆਬਜੈਕਟ ਕੀਤਾ, ਕਿ ਉਹਨਾਂ ਨੇ ਆਬਜੈਕਟ ਕਿਸ ਗੱਲ ਤੇ ਕੀਤਾ, ਉਹਨਾਂ ਨੇ ਕਿਹਾ ਕਿ ਇਹ ਸਿੰਗਲ ਬਿੱਡ ਹੈ, ਇੱਕੋ ਕੰਪਨੀ ਆਈ ਹੈ, ਇਸ ਨੂੰ ਅਸੀਂ ਨਹੀਂ ਦੇ ਸਕਦੇ, ਮਲਟੀ ਬਿੱਡ ਹੋਣਾ ਚਾਹੀਦਾ ਸੀਗਾ। ਸੈਕਿੰਡ ਉਹਨਾਂ ਨੇ ਕਿਹਾ ਕਿ ਤਲਵੰਡੀ ਸਾਬੋ ਥਰਮਲ ਦਾ ਆਲਰੇਡੀ PPA ਹੋਇਆ ਵੈ, ਉਸ PPA ਨਾਲੋਂ ਇਹ 45 ਪੈਸੇ ਪ੍ਰਤੀ ਯੂਨਿਟ ਜ਼ਿਆਦਾ ਹੈਗਾ, ਮਤਲਬ ਕਿ 450 ਕਰੋੜ ਰੁਪਈਆ ਜ਼ਿਆਦਾ ਅਸੀਂ ਇਸ ਫਰਮ ਨੂੰ ਦੇਵਾਂਗੇ ਜੇ ਇਹਨੂੰ ਨੇਪਰੇ ਚੜ੍ਹਦੇ ਹਾਂ। ਤੀਸਰੀ ਉਹਨਾਂ ਨੇ ਇਸ ਗੱਲ ਨੂੰ ਰੱਦ ਕਰਕੇ ਸਰਕਾਰ ਨੂੰ ਕਹਿਤਾ ਕਿ ਇਹਦੀ ਰੀਬਿਡਿੰਗ ਕੀਤੀ ਜਾਵੇ। ਤਾਂ ਪਿੱਛੇ ਕਾਰਨ ਕੋਈ ਵੀ ਛੁਪੇ ਹੋਣ, ਆਤਿਸ਼ ਉਸ ਚੇਅਰਮੈਨ ਦੇ ਬਾਰੇ ਜਾਈਏ ਕਿ ਉਸਨੇ ਸਟੈਂਡ ਲਿਆ, ਤੇ ਸਰਕਾਰ ਦੀ ਫਿਰ ਇਹ ਮਜਬੂਰੀ ਬਣ ਗਈ ਕਿ ਸਰਕਾਰ ਨੇ ਜਿਹੜਾ ਇੱਕ ਕੰਪਨੀ ਨੂੰ ਦੇਣਾ ਸੀ ਕੰਮ ਸਿੰਗਲ ਬਿੱਡ ਦੇ ਵਿੱਚ, ਉਹ ਕੰਪਨੀ ਦੇ ਨਹੀਂ ਸਕੀ। ਉਹਦੇ ਨਾਲ ਕੀ ਹੋਇਆ ਕਿ ਸਰਕਾਰ ਦੀ ਜਿਹੜੀ ਚਾਲ ਹੈ ਜਾਂ ਅੰਦਰੋਂ ਅੰਦਰ ਜਿਹੜੀ ਬੁਣਤੀ ਬੁਣੀ ਸੀ ਉਹਦੇ 'ਚ ਸਰਕਾਰ ਫੇਲ ਹੋ ਗਈ ਉਸ ਵੇਲੇ ਦੀ, ਤੇ ਬਿਜਲੀ ਦਾ ਜਿਹੜੇ ਬਿੱਲਾਂ ਦਾ ਬੋਝ ਪੈਣਾ ਸੀ ਲੋਕਾਂ ਤੇ, ਉਹਦੇ ਵਿੱਚ ਲੋਕਾਂ ਦਾ ਬਚਾਅ ਹੋ ਗਿਆ। ਚਰਨਜੀਤ ਜੀ, ਇਸ ਦਾ ਮਤਲਬ ਤਾਂ ਇਹ ਰਿਹਾ ਵੀ ਕਿ ਸਰਕਾਰ ਜਿਹੜੀ ਸੀ ਆਪਣੀ ਮਨਭਾਉਂਦੀ ਕੰਪਨੀ ਨਾਲ ਜਿਹੜਾ ਐਗਰੀਮੈਂਟ ਕਰਨ 'ਚ ਕਾਮਯਾਬ ਨਹੀਂ ਹੋ ਸਕੀ, ਜਿਸ ਨਾਲ ਲੋਕਾਂ ਦਾ ਬਹੁਤ ਵੱਡਾ ਬੋਝ ਪੈਣ ਤੋਂ ਬਚਾ ਰਹਿ ਗਿਆ। ਅਸੀਂ ਜਾਣਨਾ ਚਾਹਾਂਗੇ ਫਿਰ ਸਰਕਾਰ ਦਾ ਅਗਲਾ ਸਟੈਪ ਕੀ ਰਿਹਾ, ਸਰਕਾਰ ਨੇ ਫਿਰ ਅੱਗੇ ਕੀ ਕੀਤਾ? ਦੇਖੋ, ਜਦੋਂ ਇਹਨਾਂ ਨੂੰ ਅਤਿਸ਼ੇ ਲੱਗਿਆ ਕਿ ਵੀ ਹੁਣ ਅਸੀਂ ਆਪਣੀ ਜਿਹੜੀ ਮਨਪਸੰਦ ਕੰਪਨੀ ਨੂੰ ਕੰਮ ਨਹੀਂ ਦੇ ਸਕੇ, ਤਾਂ ਉਸ ਤੋਂ ਬਾਅਦ ਪੰਜਾਬ ਸਰਕਾਰ ਕੀ ਕਰਦੀ ਹੈ ਕਿ ਜੂਨ ਸ਼ਾਇਦ 2010 ਦੀ ਗੱਲ ਹੈਗੀ ਹੈ ਜਾਂ 11 ਦੀ ਹੈਗੀ ਹੈ, ਕਿ ਉਹਦੇ ਵਿੱਚ ਉਹ ਇੱਕ ਨਿਊ ਜਨਰੇਸ਼ਨ ਪਾਲਿਸੀ ਲੈ ਕੇ ਆਉਂਦੀ ਹੈ। ਉਹ ਕਹਿੰਦੀ ਇਹ ਟੈਂਟਾ ਹੀ ਖਤਮ ਕਰ ਦਿੰਦੇ ਹਾਂ ਅਸੀਂ ਬਿਡਿੰਗ ਵਾਲਾ। ਉਹਨਾਂ ਨੇ MOU ਰੂਟ ਹੈ ਜਿਹੜਾ ਉਹ ਚੂਜ਼ ਕਰ ਲਿਆ ਕਿ ਹੁਣ ਅਸੀਂ MOU ਤੇ ਜਿਹੜੇ ਨਵੇਂ ਥਰਮਲ ਪਲਾਂਟ ਲਾਵਾਂਗੇ।
ਤਾਂ ਉਹਨਾਂ ਨੇ ਸਭ 2010 ਔਰ 11 ਦੇ ਵਿੱਚ 3 ਨਵੇਂ ਥਰਮਲ ਪਲਾਂਟਾਂ ਦੇ MOU ਸਾਈਨ ਕੀਤੇ ਔਰ 2 ਥਰਮਲ ਪਲਾਂਟ ਜਿਹੜੇ ਆਲਰੇਡੀ ਹੋਏ ਸੀ ਇਹਨਾਂ ਨੇ PPA, ਉਹਨਾਂ ਦਾ ਇੱਕ ਯੂਨਿਟ ਲਾਉਣ ਦਾ ਹੋਰ ਫੈਸਲਾ ਕਰ ਲਿਆ ਜੀ। ਬਠਿੰਡਾ ਦੇ ਵਿੱਚ ਪਿੰਡ ਪੈਂਦਾ ਕੋਟ ਸ਼ਮੀਰ ਦੇ ਵਿੱਚ ਇਹਨਾਂ ਨੇ ਫੈਸਲਾ ਕਰ ਲਿਆ ਕਿ MOU ਸਾਈਨ ਕੀਤਾ। ਕਿਹਦੇ ਨਾਲ ਕੀਤਾ? ਲੈਂਕੋ ਕੰਪਨੀ ਨਾਲ, 1320 ਮੈਗਾਵਾਟ ਦਾ। ਰਾਜਪੁਰੇ ਦੇ ਵਿੱਚ ਉਹਨਾਂ ਦੀ ਜੋ ਨਾ ਚੱਲੀ ਗੱਲ, LNT ਨੂੰ ਬਾਅਦ ਚ ਰੀਵਿਡਿੰਗ ਕਰਕੇ ਦੇਣਾ ਪਿਆ ਕੰਮ, ਫਿਰ ਲੈਂਕੋ ਕੰਪਨੀ ਨਾਲ 1320 ਮੈਗਾਵਾਟ ਦਾ ਕੋਟ ਸ਼ਮੀਰ ਦੇ ਵਿੱਚ ਥਰਮਲ ਪਲਾਂਟ 2 ਯੂਨਿਟਾਂ ਵਾਲਾ ਲਾਉਣ ਦਾ ਫੈਸਲਾ ਕਰ ਲਿਆ। ਇਵੇਂ ਜਿਵੇਂ ਜਿਹੜਾ ਮਾਨਸਾ ਦੇ ਵਿੱਚ ਇੱਕ ਗੋਬਿੰਦਪੁਰਾ ਪਿੰਡ ਪੈਂਦਾ ਹੈ, ਉੱਥੇ ਇੰਡੀਆ ਬੁਲਸ ਕੰਪਨੀ ਨੂੰ ਜਿਹੜਾ ਹੈਗਾ 1320 ਮੈਗਾਵਾਟ ਦਾ, ਉਹਨਾਂ ਨਾਲ MOU ਸਾਈਨ ਕਰ ਲਿਆ। ਮਤਲਬ ਬਿਡਿੰਗ ਵਾਲਾ ਸਿਸਟਮ ਜਿਹੜਾ ਕੰਪੀਟੀਸ਼ਨ ਤੇ ਆਉਣਾ ਸੀ ਰੇਟ, ਉਹ ਖਤਮ ਕਰਤਾ, ਸਿੱਧਾ MOU ਰੂਟ ਹੈ ਜਿਹੜਾ ਉਹ ਚੂਜ਼ ਕਰ ਲਿਆ ਹੈਗਾ। ਤਾਂ ਥਰਮਲ ਦੇ ਲਈ ਜਿਹੜੀ ਜ਼ਮੀਨ ਅਕਵਾਇਰ ਹੋਈ ਹੈ ਗੋਬਿੰਦਪੁਰਾ, ਉਹਦੇ ਲਈ ਕਾਫੀ ਰੌਲਾ ਪੈਂਦਾ ਰਿਹਾ ਔਰ ਕਈ ਕਿਸਾਨਾਂ ਦੀ ਉੱਥੇ ਨੁਕਸਾਨ ਵੀ ਹੋਇਆ ਔਰ ਉਹ ਜ਼ਮੀਨ ਅੱਜ ਵੀ ਖਾਲੀ ਪਈ ਹੈਗੀ ਹੈ। ਇਸ ਤਰ੍ਹਾਂ ਹੀ ਜਿਹੜੀ NTPC ਹੈ ਸੈਂਟਰ ਦੀ, ਉਹਦੇ ਨਾਲ 2640 ਮੈਗਾਵਾਟ ਦਾ ਜਿਹੜਾ ਗਿੱਦੜਬਾਹਾ ਦੇ ਵਿੱਚ ਥਰਮਲ ਪਲਾਂਟ ਲਾਉਣ ਦਾ MOU ਸਾਈਨ ਕੀਤਾ। ਉੱਥੇ ਜ਼ਮੀਨ ਅਕਵਾਇਰ ਵੀ ਕਰ ਲਈ ਸੀ, ਉਹ ਨੋਟੀਫਿਕੇਸ਼ਨ ਵੀ ਹੋ ਗਿਆ ਸੀ ਇੱਕ, ਮੁੜ ਕੇ ਉਹ ਵਾਪਸ ਹੋਣਾ ਪੈ ਗਿਆ। ਇਵੇਂ ਜਿਵੇਂ ਜਿਹੜਾ ਰਾਜਪੁਰਾ ਥਰਮਲ ਸੀਗਾ, ਉਹਦੇ ਪਹਿਲਾਂ ਯੂਨਿਟ ਲੱਗੇ 700 ਮੈਗਾਵਾਟ ਦੇ, ਉੱਥੇ ਇੱਕ 700 ਯੂਨਿਟ ਦਾ ਹੋਰ ਐਗਰੀਮੈਂਟ ਕਰ ਲਿਆ। ਇਵੇਂ ਜੋ ਤਲਵੰਡੀ ਸਾਬੋ ਦੇ 3 ਯੂਨਿਟ ਸੀ, ਉੱਥੇ 1 ਯੂਨਿਟ ਹੋਰ ਲਾਉਣ ਦਾ ਐਗਰੀਮੈਂਟ ਕਰ ਲਿਆ। ਤਾਂ ਸਾਰੇ ਐਗਰੀਮੈਂਟ ਸਰਕਾਰ ਨੇ ਨਵੇਂ ਸਿਰੋਂ ਕਰ ਲਏ। ਤਾਂ ਟੋਟਲ ਜੇ ਇਹ ਐਗਰੀਮੈਂਟ ਸਿਰੇ ਚੜ੍ਹ ਵੀ ਜਾਂਦੇ MOU ਸਾਰੇ, ਤਾਂ 6800 ਤੋਂ ਉੱਪਰ ਜਿਹੜਾ ਮੈਗਾਵਾਟ ਜਿਹੜੀ ਸਾਡੇ ਕੋਲ ਬਿਜਲੀ ਹੈ ਉਹ ਹੋਰ ਹੋ ਜਾਣੀ ਹੈ। ਅਸੀਂ ਤਾਂ ਪਹਿਲਾਂ ਹੀ ਕਰਦੇ ਹਾਂ ਕਿ ਜਿਹੜੇ ਸਮਰੱਥਾ ਤੋਂ ਜ਼ਿਆਦਾ, ਕਿਉਂਕਿ 3920 ਮੈਗਾਵਾਟ ਦੇ ਤਾਂ ਆਲਰੇਡੀ PPA ਇਹਨਾਂ ਨੇ ਕਰ ਲਏ ਸੀਗੇ, ਤਾਂ 6800 ਹੋ ਰਹੇ ਨੇ, 11-12 ਹਜ਼ਾਰ ਮੈਗਾਵਾਟ ਹੈ ਜਿਹੜੀ ਬਿਜਲੀ ਉਹ ਅਸੀਂ ਆਪ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਸੀ। ਪਰ ਹੋਇਆ ਕੀ ਕਿ ਉਹਦੇ 'ਚ ਅੜਚਨ ਕੀ ਆ ਗਈ ਸੀ, ਉਹਦੇ ਵਿੱਚ ਕੀ ਹੋਇਆ ਕਿ ਇਹਨਾਂ ਨੂੰ ਕੋਲ ਲਿੰਕੇਜ ਨਹੀਂ ਮਿਲਿਆ ਜੀ। ਜਦੋਂ ਕੋਲੇ ਦਾ ਕੋਈ ਪ੍ਰਬੰਧ ਨਾ ਹੋਇਆ ਤਾਂ ਜਿਹੜੇ MOU ਸਾਈਨ ਕੀਤੇ ਸੀ ਉਹ ਵਿਦਨ ਪੀਰੀਅਡ ਹੈ ਜਿਹੜਾ ਪ੍ਰਬੰਧ ਨਾ ਹੋਣ ਕਰਕੇ ਉਹ ਸਾਰੇ ਫਿਰ ਆਟੋਮੈਟਿਕਲੀ, ਕਿਉਂਕਿ ਉਹਨਾਂ ਦੀ ਟਰਮ ਹੁੰਦੀ ਹੈ, ਉਹ ਟਰਮ ਵਧਾਈ ਵੀ, ਉਹ ਫਿਰ ਰੱਦ ਕਰਨੇ ਪੈ ਗਏ। ਨਹੀਂ ਤਾਂ ਸਾਨੂੰ ਸਟੇਟ ਨੂੰ ਜਿਹੜੀ ਬਿਜਲੀ ਹੋਰ ਵੀ ਮਹਿੰਗੀ ਮਿਲਣੀ ਸੀ। ਤਾਂ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਕਿ ਅਗਰ ਜੇ ਕਿਤੇ ਕੋਈ ਚੰਗਾ ਹੋਇਆ ਤਾਂ ਉਸ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ, ਆਪਣੇ ਰਾਜਸੀ ਮਫਾਦਾਂ ਤੋਂ ਉੱਪਰ ਉੱਠ ਕੇ, ਪੋਲੀਟੀਕਲ ਸੋਚ ਤੋਂ ਉੱਪਰ ਉੱਠ ਕੇ। ਲੋਕ ਵੀ ਚੰਗੇ ਕੰਮ ਦੀ ਪ੍ਰਸ਼ੰਸਾ ਕਰਦੇ ਆ। ਅਗਰ ਕੋਈ ਗਲਤ ਹੁੰਦਾ ਹੈਗਾ ਕਿਸੇ ਸਰਕਾਰ 'ਚ, ਕੋਈ ਵੀ ਸਰਕਾਰ ਕਰਦੀ ਹੈ, ਚਾਹੇ ਉਹ ਅਕਾਲੀਆਂ ਦੀ ਸਰਕਾਰ ਹੋਵੇ, ਚਾਹੇ ਭਾਜਪਾ ਦੀ ਸਰਕਾਰ ਹੋਵੇ, ਚਾਹੇ ਕਾਂਗਰਸ ਦੀ ਹੋਵੇ, ਤੇ ਚਾਹੇ ਆਪ ਦੀ ਹੋਵੇ, ਤਾਂ ਵਿਰੋਧੀ ਪਾਰਟੀਆਂ ਨੂੰ ਉਸ ਦੀ ਨਿੰਦਾ, ਜਿਹੜੇ ਮਾੜੇ ਫੈਸਲੇ ਦੀ ਨਿੰਦਾ ਕਰਨੀ ਚਾਹੀਦੀ ਹੈ ਔਰ ਉਹਨਾਂ ਨੂੰ ਇੱਕ ਲੋਕਾਂ ਦੇ ਨਜ਼ਰੀਏ ਤੋਂ ਲੋਕਾਂ ਦੇ ਅੱਗੇ ਲੈ ਕੇ ਆਉਣਾ ਚਾਹੀਦਾ ਹੈ। ਤਾਂ ਹੁਣ ਲੋੜ ਪੰਜਾਬ ਨੂੰ ਇਸ ਵੇਲੇ ਕੀ ਹੈ ਕਿ ਜਿੱਥੇ ਇਹਨਾਂ ਚੀਜ਼ PP ਤੇ ਰੌਲਾ ਪੈਣਾ ਸ਼ੁਰੂ ਹੋਇਆ ਔਰ ਚੀਫ ਮਿਨਿਸਟਰ ਨੇ ਇਹ ਗੱਲ ਸ਼ੁਰੂ ਕੀਤੀ ਹੈ ਕਿ ਇਹਨਾਂ ਨੂੰ ਰੱਦ ਕਰਾਂਗੇ, ਤਾਂ ਲੋੜ ਇਸ ਗੱਲ ਦੀ ਕਿ ਸਾਰੀਆਂ ਪਾਰਟੀਆਂ ਹੁਣ ਇਕਮੁੱਠ ਹੋ ਕੇ ਇਹਨਾਂ PPਆਂ ਨੂੰ ਰੱਦ ਕਰਾਉਣ, ਤਾਂ ਕਿ ਪੰਜਾਬ ਦੇ ਲੋਕ ਆਉਣ ਵਾਲੇ ਟਾਈਮ ਦੇ ਵਿੱਚ ਬਿਜਲੀ ਦੀ ਜਿਹੜੀ ਮਹਿੰਗੀ ਬਿਜਲੀ ਹੈ ਉਸ ਦੇ ਬੋਝ 'ਚੋਂ ਬਚ ਸਕਣ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ, ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਕਿ ਸਰਕਾਰਾਂ ਕਿਸ ਤਰ੍ਹਾਂ ਅੰਦਰ ਖਾਤੇ ਤਾਣੇ ਬਾਣੇ ਬੁਣਦੀਆਂ ਰਹਿੰਦੀਆਂ ਨੇ, ਪਰ ਕੋਈ ਵੀ ਵਧੀਆ ਨੀਤੀ ਬਣਾਉਣ ਲਈ ਜਿਹੜਾ ਹੈਗਾ ਪਹਿਲਾਂ ਵਧੀਆ ਨੀਅਤ ਹੋਣ ਦੀ ਲੋੜ ਹੈ। ਇਸ ਲਈ ਸਰਕਾਰਾਂ ਨੂੰ ਜਿਹੜਾ ਹੈ ਇਕਮੁੱਠ ਹੋ ਕੇ ਆਪਣੀ ਨੀਅਤ ਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ, ਵਧੀਆ ਨੀਅਤ ਬਣਾਉਣ ਦੀ ਲੋੜ ਹੈ, ਤਾਂ ਜੋ ਲੋਕਾਂ ਦਾ ਵਿਕਾਸ ਕੀਤਾ ਜਾਵੇ, ਦੇਸ਼ ਦਾ ਵਿਕਾਸ ਕੀਤਾ ਜਾਵੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।